बहुत स्वागत है जी सारिਆਂ ਦਾ एक बारी फिर बहुत इंपॉर्टेंट ਅਤੇ बहुत महत्वपूर्ण प्रोग्राम करांगे। पवनदीप सिंह संधू ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਸਕਾਈ ਟੈਗ ਇਮੀਗ੍ਰੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ। ਸਕਾਈ ਟੈਗ ਇਮੀਗ੍ਰੇਸ਼ਨ ਇੱਕ ਲਾਇਸੈਂਸਡ ਕੰਪਨੀ ਹੈ ਔਰ ਸਕਾਈ ਟੈਗ ਇਮੀਗ੍ਰੇਸ਼ਨ ਦੇ ਅਜਿੰਦਰਵੀਰ ਕੌਰ ਗਿੱਲ ਜੀ ਉਹ ਖੁਦ CICC ਮੈਂਬਰ ਨੇ, ਆਥੋਰਾਈਜ਼ਡ ਕੈਨੇਡੀਅਨ ਕੰਸਲਟੈਂਟ ਨੇ, ਕੈਨੇਡਾ ਦੀ ਸਰਕਾਰ ਤੋਂ ਮਨਜ਼ੂਰਸ਼ੁਦਾ ਨੇ, ਉੱਥੋਂ ਦੀ ਅੰਬੈਸੀ ਤੋਂ ਮਨਜ਼ੂਰਸ਼ੁਦਾ ਨੇ ਔਰ ਉਹਨਾਂ ਦੇ ਹੀ ਸਾਥੀ ਸਾਡੇ ਨਾਲ ਨੇ ਪਵਨਦੀਪ ਸੰਧੂ ਜੀ ਜਿਹੜੇ ਕਿ ਖੁਦ ਸਕਾਈ ਟੈਗ ਇਮੀਗ੍ਰੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ। ਬਹੁਤ ਬਹੁਤ ਸਵਾਗਤ ਹੈ ਪਵਨਦੀਪ ਜੀ ਤੁਹਾਡਾ। ਡੱਲਾ ਜੀ ਸਤਿ ਸ਼੍ਰੀ ਅਕਾਲ। ਇਹਦੇ ਨਾਲ ਹੀ ਸਟੂਡੈਂਟਸ, ਉਹਨਾਂ ਦੇ ਰਿਸਪੈਕਟਡ ਪੇਰੈਂਟਸ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਬਹੁਤ ਧੰਨਵਾਦ ਜੀ। ਔਰ ਵਿਸ਼ਾ ਬੜਾ ਮਹੱਤਵਪੂਰਨ ਹੈ ਕਿ ਸਿਰਫ ਉਹੀ ਸਟੂਡੈਂਟ ਹੁਣ ਅਪਲਾਈ ਕਰਨ, ਜਿਵੇਂ ਤੁਸੀਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਨਾਲ ਗੱਲਬਾਤ ਕਰ ਰਹੇ ਸੀ ਕਿ ਸਿਰਫ ਉਹੀ ਸਟੂਡੈਂਟ ਅਪਲਾਈ ਕਰਨ ਸੈਪਟੰਬਰ ਔਰ ਜਨਵਰੀ ਇਨਟੇਕ 'ਚ ਜਿਨ੍ਹਾਂ ਦੇ ਅਕੈਡਮਿਕਸ ਨੇ, ਜਿਹੜੇ ਭਾਵੇਂ PCM ਜਿਹੜੇ ਕੋਰ ਸਬਜੈਕਟ ਨੇ, ਫਿਜ਼ਿਕਸ, ਕੈਮਿਸਟਰੀ, ਮੈਥ ਨਾਨ ਮੈਡੀਕਲ ਦੀ ਕੈਟਾਗਰੀ ਦੇ ਵਿੱਚ, ਇਸੇ ਤਰ੍ਹਾਂ ਆਰਟਸ ਔਰ ਕਮਰਸ ਦੇ ਜਿਹੜੇ 3 ਕੋਰ ਸਬਜੈਕਟ ਨੇ ਜਿਨ੍ਹਾਂ ਸਟੂਡੈਂਟਸ ਦੇ ਇਹਨਾਂ ਦੇ ਵਿੱਚੋਂ 60% ਤੋਂ ਅਬਵ ਨੇ ਔਰ ਉਹੀ ਰਿਪਲਾਈ ਕਰਨ ਭਾਵੇਂ ਉਹਨਾਂ ਦਾ 5.5 ਹੈ ਤੇ ਇੰਪਰੂਵ ਨਹੀਂ ਹੋ ਰਿਹਾ। ਅਗਰ ਮਲਟੀਪਲ ਅਟੈਂਪਟ ਕਰ ਲਏ 5.5 ਅਪਰੂਵ ਨਹੀਂ ਹੋ ਰਿਹਾ, ਤੁਹਾਡਾ ਇੰਪਰੂਵ ਨਹੀਂ ਹੋ ਰਿਹਾ, ਤੇ ਕੀ ਸਿਰਫ ਉਹੀ ਅਪਲਾਈ ਕਰਨ ਜਿਨ੍ਹਾਂ ਦੇ 60% ਤੋਂ ਅਬਵ ਨੇ। ਔਰ ਇੱਕ ਸ਼ਰਤ ਹੋਰ ਪਵਨ ਜੀ ਦੱਸ ਰਹੇ ਸੀ ਕਿ ਫਿਰ ਐਡਮਿਸ਼ਨ ਵੀ ਸਰਕਾਰੀ ਕਾਲਜ 'ਚ ਲਈ ਹੋਵੇ ਫਿਰ ਸਟੂਡੈਂਟ ਹੋਪਫੁਲ ਹੋ ਸਕਦਾ ਹੈ ਕਿ ਰਿਜ਼ਲਟ ਪੋਜ਼ਿਟਿਵ ਆਏਗਾ, ਕਿਉਂਕਿ ਮੌਜੂਦਾ ਹਾਲਾਤਾਂ ਦੇ ਵਿੱਚ ਸਟੂਡੈਂਟਸ ਅਗਰ ਇਹ ਸ਼ਰਤਾਂ ਪੂਰੀਆਂ ਨਹੀਂ ਕਰਦੇ ਤਾਂ ਬਹੁਤ ਔਖਾ ਹੈ ਕਿ ਉਹਨਾਂ ਨੂੰ ਸਕਸੈਸ ਮਿਲੇ। ਇਹਦੇ ਨਾਲ ਵੀ ਉਹ ਹੋਪਫੁਲ ਹੋ ਸਕਦੇ ਨੇ ਕਿ ਰਿਜ਼ਲਟ ਚੰਗਾ ਮਿਲੇ। ਤੁਸੀਂ ਕੀ ਕਹਿਣਾ ਚਾਹੋਗੇ ਪਵਨਦੀਪ ਜੀ? ਡੱਲਾ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਸਟੂਡੈਂਟਸ ਨੂੰ ਕਹੂੰਗਾ ਕਿ ਇਹ ਸਕਾਈ ਟੈਗ ਇਮੀਗ੍ਰੇਸ਼ਨ ਦਾ ਤੁਹਾਡੇ ਨਾਲ ਵਾਅਦਾ ਹੈ ਕਿ ਤੁਹਾਨੂੰ ਐਡਮਿਸ਼ਨ ਸਿਰਫ ਤੇ ਸਿਰਫ ਅਸੀਂ ਸਰਕਾਰੀ ਕਾਲਜ ਦੇ ਵਿੱਚ ਲੈ ਕੇ ਦੇਵਾਂਗੇ। ਐਸੇ ਕਾਲਜ ਦੇ ਵਿੱਚ ਲੈ ਕੇ ਦੇਵਾਂਗੇ ਜਿੱਥੇ ਪੜ੍ਹਨ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਜ਼ਰੂਰ ਮਿਲੂਗਾ। ਤੁਹਾਨੂੰ ਕੋਈ ਲਾਲਚ ਨਹੀਂ ਦਿੱਤਾ ਜਾਊਗਾ ਜੀ ਇੱਥੇ ਫੀਸ ਘੱਟ ਹੈ ਜਾਂ ਇੱਥੇ ਆ ਹੈ ਜਾਂ ਇੱਥੇ ਉਹ ਹੈ, ਤੁਸੀਂ ਉੱਥੇ ਤੁਰ ਜਾਓ ਜਾਂ ਫਲਾਣੀ ਜਗ੍ਹਾ 'ਤੇ ਤੁਰ ਜਾਓ। ਸਾਡਾ ਮੇਨ ਕੰਸਰਨ ਇੰਡੀਆ ਦੇ ਵਿੱਚ ਆਫਿਸ ਖੋਲ੍ਹਣ ਦਾ ਮਕਸਦ ਸਿਰਫ ਇਹ ਹੈ ਕਿ ਸਟੂਡੈਂਟਸ ਨੂੰ ਜੈਨੂਅਨ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਵੇ ਔਰ ਇਮਾਨਦਾਰੀ ਦੇ ਨਾਲ ਕੈਨੇਡਾ ਭੇਜਿਆ ਜਾਵੇ। ਕਿਉਂਕਿ ਜਿਵੇਂ ਮੈਨੂੰ ਆਪ ਨੂੰ ਰਹਿੰਦੇ ਨੂੰ ਕੈਨੇਡਾ 16-17 ਸਾਲ ਹੋ ਗਏ ਆ ਔਰ ਜੇ ਆਪਾਂ ਕਿਉਂਕਿ ਹੁਣ ਡੇ ਟੂ ਡੇ ਜਿਵੇਂ ਸਾਡੀ ਫੈਮਿਲੀ ਵੀ ਕੈਨੇਡਾ ਦੇ ਵਿੱਚ, ਸਾਨੂੰ ਪਤਾ ਲੱਗਦਾ ਰਹਿੰਦਾ ਕੈਨੇਡਾ ਦੇ ਵਿੱਚ ਕੀ ਟਰੈਂਡ ਚੱਲ ਰਿਹਾ ਜਾਂ ਉੱਥੋਂ ਦਾ ਮਾਹੌਲ ਕੀ ਹੈ। ਔਰ ਜੇ ਆਪਾਂ ਗੱਲ ਕਰੀਏ ਮੁੜ ਕੇ ਫਿਰ ਆਉਂਦੇ ਹਾਂ ਕਿ ਜੇ 5.5 ਬੈਂਡ ਨੇ ਤੁਹਾਡੇ ਇੱਕ ਮੋਡਿਊਲ ਦੇ ਵਿੱਚ, ਤੁਹਾਨੂੰ ਵੀਜ਼ਾ ਅਪਲਾਈ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ। ਹੁਣ ਮੈਂ ਤੁਹਾਨੂੰ ਕਹੂੰਗਾ ਕਿ ਤੁਹਾਨੂੰ ਕੈਨੇਡਾ ਦਾ ਵੀਜ਼ਾ ਜ਼ਰੂਰ ਅਪਲਾਈ ਕਰਨਾ ਚਾਹੀਦਾ, ਬਟ ਤੁਹਾਡੇ ਜਿਹੜੇ ਕੋਰ ਸਬਜੈਕਟਸ ਨੇ ਉਹਨਾਂ ਦੇ ਵਿੱਚ ਤੁਹਾਡੇ ਨੰਬਰ ਵਧੀਆ ਹੋਣੇ ਚਾਹੀਦੇ ਨੇ। ਜੇ ਤੁਹਾਡੇ ਕੋਲ ਆਰਟਸ ਤੁਸੀਂ ਰੱਖੀ ਹੈ ਉਹਦੇ ਵਿੱਚ ਕਿਹੜੇ ਸਬਜੈਕਟਸ ਨੇ, ਕੀ ਤੁਹਾਡੇ ਕੋਲ ਮੈਥਮੈਟਿਕਸ ਹੈ, ਕੀ ਤੁਹਾਡੇ ਕੋਲ ਇਕਨੋਮਿਕਸ ਹੈ, ਜਾਂ ਤੁਹਾਡੇ ਜਿਹੜੇ ਬਾਕੀ ਕੋਈ ਕੋਰ ਸਬਜੈਕਟਸ ਨੇ ਤੁਹਾਡੇ ਇੰਗਲਿਸ਼ ਦੇ ਵਿੱਚ ਨੰਬਰ ਕਿੰਨੇ ਨੇ, ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ। ਫਿਰ ਉਸ ਤੋਂ ਬਾਅਦ ਜੇ ਤੁਹਾਡੇ ਕੋਲ ਕਾਮਰਸ ਹੈ ਤੁਹਾਡੇ ਅਕਾਊਂਟਸ ਦੇ ਵਿੱਚ ਨੰਬਰ ਕਿੰਨੇ ਨੇ। ਨਾਨ ਮੈਡੀਕਲ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਫਿਜ਼ਿਕਸ ਜਾਂ ਕੈਮਿਸਟਰੀ ਦੇ ਵਿੱਚ ਤੁਹਾਡੇ ਕਿੰਨੇ ਚੰਗੇ ਨੰਬਰ ਨੇ, ਜਾਂ ਮੈਥਮੈਟਿਕਸ ਵਿੱਚ ਕਿੰਨੇ ਚੰਗੇ ਨੰਬਰ ਨੇ। ਜੇ ਆਪਾਂ ਮੈਡੀਕਲ ਦੀ ਗੱਲ ਕਰੀਏ ਸੇਮ ਚੀਜ਼ ਆ ਜਾਂਦੀ ਹੈ, ਬਾਇਓ ਦੇ ਵਿੱਚ ਤੁਹਾਡੇ ਕਿੰਨੇ ਵਧੀਆ ਨੰਬਰ ਨੇ। ਕਿਉਂਕਿ ਵੀਜ਼ਾ ਅਫਸਰ ਇਹ ਦੇਖਣਾ ਚਾਹੁੰਦਾ ਹੈ ਕਿ ਜੇ ਤੁਸੀਂ ਕੈਨੇਡਾ ਜਾ ਰਹੇ ਹੋ ਕਿ ਤੁਸੀਂ ਉੱਥੇ ਜਾ ਕੇ ਆਪਣੀ ਪੜ੍ਹਾਈ ਕੰਪਲੀਟ ਕਰ ਪਾਓਗੇ ਜਾਂ ਨਹੀਂ ਕਰ ਪਾਓਗੇ। ਕਿਉਂਕਿ ਜਿੰਨਾ ਪੈਸਾ ਤੁਸੀਂ ਉੱਥੇ ਲਾਉਣਾ ਹੈ ਉਹ ਜਸਟੀਫਾਈ ਵੀ ਕਰਦਾ ਜਾਂ ਨਹੀਂ ਕਰਦਾ। ਫਿਰ ਉਹਦੇ ਵਿੱਚ ਕੀ ਹੋ ਜਾਂਦਾ ਕਿ ਜੇ ਤੁਹਾਡੇ ਆਇਲਸ ਦੇ ਵਿੱਚ ਸਕੋਰ ਘੱਟ ਹੈ ਤਾਂ ਫਿਰ ਆਪਾਂ ਕੀ ਕਰੀਏ। ਜੇ ਇੱਕ ਮੋਡਿਊਲ 5.5 ਹੈ ਫਿਰ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਬੱਚੇ ਨੂੰ ਵਧੀਆ ਗਵਰਨਮੈਂਟ ਕਾਲਜ ਦੇ ਵਿੱਚ ਐਡਮਿਸ਼ਨ ਦਵਾਈ ਜਾਵੇ। ਠੀਕ ਹੈ, ਉੱਥੇ ਇਹ ਹੋ ਸਕਦਾ ਕਿ ਉੱਥੇ ਕਮਿਸ਼ਨ ਘੱਟ ਹੁੰਦੀ ਹੈ, ਠੀਕ ਹੈ, ਪਰ ਸਾਡਾ ਕੰਮ ਕਮਿਸ਼ਨ ਕਮਾਉਣਾ ਨਹੀਂ ਗਾ। ਕਿਉਂਕਿ ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜੀ ਸਾਡੀ ਅਗਲੀ ਜਨਰੇਸ਼ਨ ਕੈਨੇਡਾ ਜਾ ਰਹੀ ਹੈ ਉਹਨੂੰ ਅਸੀਂ ਕਿਵੇਂ ਸਕਸੈਸਫੁਲ ਕਰਨਾ ਹੈ। ਜਿਹੜੀ ਚੀਜ਼ਾਂ ਸਾਨੂੰ ਕਰਨ 'ਚ 10 ਸਾਲ ਜਾਂ 12 ਸਾਲ ਲੱਗ ਗਏ, ਸਾਡੀ ਕੋਸ਼ਿਸ਼ ਹੈ ਕਿ ਜਿਹੜੀ ਸਾਡੀ ਅਗਲੀ ਜਨਰੇਸ਼ਨ ਉਹ 4-5 ਸਾਲ ਦੇ ਵਿੱਚ ਉਸ ਚੀਜ਼ ਨੂੰ ਅਚੀਵ ਕਰੇ। ਇਸ ਕਰਕੇ ਸਾਡੀ ਫਸਟ ਪ੍ਰੈਫਰੈਂਸ ਇਹ ਹੈ ਕਿ ਤੁਹਾਨੂੰ ਚੰਗੀ ਯੂਨੀਵਰਸਿਟੀ ਦੇ ਵਿੱਚ, ਚੰਗੇ ਸਰਕਾਰੀ ਗਵਰਨਮੈਂਟ ਕਾਲਜ ਦੇ ਵਿੱਚ ਤੁਹਾਨੂੰ ਐਡਮਿਸ਼ਨ ਦਵਾਈ ਜਾਵੇ ਔਰ ਵੀਜ਼ਾ ਅਫਸਰ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਬੱਚਾ ਕੈਨੇਡਾ ਪੜ੍ਹਨ ਜਾ ਰਿਹਾ, ਉੱਥੇ ਪਰਮਾਨੈਂਟ ਸੈਟਲ ਨਹੀਂ ਹੋਣਾ ਜਾ ਰਿਹਾ। ਤੁਹਾਡਾ ਡਿਊਲ ਇੰਟੈਂਟ ਹੋ ਸਕਦਾ ਉਹ ਬਾਅਦ ਦੀ ਚੀਜ਼ਾਂ ਹੁੰਦੀਆਂ ਨੇ। ਕੈਨੇਡਾ ਜਦੋਂ ਤੁਸੀਂ ਪਹੁੰਚ ਜਾਂਦੇ ਹੋ ਤੁਸੀਂ PGWP ਵਾਸਤੇ ਅਪਲਾਈ ਕਰ ਸਕਦੇ ਹੋ, ਪਰ ਜਦੋਂ ਇੰਡੀਆ ਤੋਂ ਸਾਨੂੰ ਇਹ ਵੀਜ਼ਾ ਅਫਸਰ ਨੂੰ ਭਰੋਸਾ ਦਿਵਾਉਣਾ ਪੈਂਦਾ ਕਿ ਜਿਹੜਾ ਅਸੀਂ ਕੋਰਸ ਕਰਨ ਜਾ ਰਹੇ ਹਾਂ ਉਹ ਅਸੀਂ ਕਿਉਂ ਕਰਨ ਜਾ ਰਹੇ ਹਾਂ ਔਰ ਕੱਲ੍ਹ ਨੂੰ ਉਸ ਨੂੰ ਕੰਪਲੀਟ ਕਰਨ ਤੋਂ ਬਾਅਦ ਇੰਡੀਆ ਵਾਪਸ ਆ ਕੇ ਉਸ ਕੋਰਸ ਦੇ ਨਾਲ ਤੁਹਾਨੂੰ ਕਿਸ ਤਰ੍ਹਾਂ ਦੀਆਂ ਚੰਗੀ ਜੌਬਸ ਮਿਲ ਸਕਦੀਆਂ, ਇਹ ਸਾਰੀ ਚੀਜ਼ਾਂ ਜਸਟੀਫਾਈ ਕਰਨੀ ਪੈਂਦੀਆਂ। ਅਤੇ ਉਹ ਆਪਾਂ ਕਿਵੇਂ ਕਰ ਸਕਦੇ ਹਾਂ ਕਿ ਜੇ ਤੁਹਾਡਾ ਕੋਰਸ ਚੰਗਾ ਹੈ, ਤੁਹਾਡਾ ਕਾਲਜ ਚੰਗਾ, ਜੇ ਤੁਹਾਡਾ ਕਾਲਜ ਤੁਸੀਂ ਐਸਾ ਚੂਜ਼ ਕਰ ਲਿਆ ਜਿੱਥੇ ਪੜ੍ਹਨ ਤੋਂ ਬਾਅਦ ਤੁਹਾਨੂੰ ਕੱਲ੍ਹ ਨੂੰ ਵਰਕ ਪਰਮਿਟ ਨਹੀਂ ਮਿਲਦਾ, ਤੁਸੀਂ ਆਪੇ ਦੱਸੋ ਕਿ ਤੁਸੀਂ ਵੀਜ਼ਾ ਅਫਸਰ ਨੂੰ ਕਿਵੇਂ ਯਕੀਨ ਦਿਵਾਓਗੇ ਕਿ ਤੁਸੀਂ ਕੱਲ੍ਹ ਨੂੰ ਵਾਪਸ ਆਓਗੇ।
ਔਰ ਇਸ ਤੋਂ ਇਲਾਵਾ ਹੋਰ ਵੀ ਬੜੀਆਂ ਚੀਜ਼ਾਂ ਹੁੰਦੀਆਂ ਨੇ ਨੌਨ STS ਦੇ ਵਿੱਚ, ਫਾਈਨੈਂਸ਼ੀਅਲਸ ਵਗੈਰਾ ਵੀ ਆਪਾਂ ਲਾਉਣੇ ਪੈਂਦੇ ਨੇ, ਫਾਈਨੈਂਸ਼ੀਅਲਸ ਨੂੰ ਵੀ ਆਪਾਂ ਨੂੰ ਚੰਗੀ ਤਰੀਕੇ ਨਾਲ ਜਸਟੀਫਾਈ ਕਰਨਾ ਪੈਂਦਾ ਔਰ ਇਹ ਸਾਰੀਆਂ ਚੀਜ਼ਾਂ ਬੜੀਆਂ ਜ਼ਰੂਰੀ ਨੇ। ਇਹਨਾਂ ਨੂੰ ਜਸਟੀਫਾਈ ਉਹੀ ਬੰਦਾ ਕਰ ਸਕਦਾ ਜਿਹੜਾ ਆਪ ਐਕਸਪੀਰੀਅੰਸਡ ਹੈ, ਜਿਹੜਾ ਕੋਈ ਲਾਇਸੈਂਸਡ ਹੈ, ਜਿਹੜਾ ਕੋਈ ਆਪ ਕੈਨੇਡਾ ਵੀ ਗਿਆ ਜਾਂ ਉਹਨੇ ਇਸ ਤੋਂ ਪਹਿਲਾਂ ਵੀ ਸਟੱਡੀ ਵੀਜ਼ਾ ਦੇ ਵਿੱਚ ਕੋਈ ਡੀਲ ਕੀਤਾ ਹੈ ਨਾ, ਜਾਂ ਕਿ ਕੈਨੇਡਾ ਦੀ ਜਿਹੜੀ ਬਾਕੀ ਕੈਟੇਗਰੀਜ਼ ਨੇ ਉਹਦੇ ਵਿੱਚ ਵੀ ਡੀਲ ਕੀਤਾ ਔਰ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮਦਦ ਕਰਦੀਆਂ ਨੇ। ਇਸ ਕਰਕੇ ਇਹ ਬੜਾ ਜ਼ਰੂਰੀ ਹੈ ਕਿ ਤੁਸੀਂ ਜਿਹੜਾ ਕੰਸਲਟੈਂਟ ਹੈ ਉਹਨੂੰ ਤੁਸੀਂ ਵਾਈਜ਼ਲੀ ਚੂਜ਼ ਕਰੋ ਤਾਂ ਕਿ ਤੁਹਾਨੂੰ ਇੱਕ ਚੰਗੀ ਪ੍ਰੋਵਿੰਸ ਤੁਹਾਨੂੰ ਲੈ ਕੇ ਦਿੱਤੀ ਜਾਵੇ ਤੁਹਾਡੇ ਟੇਸਟ ਦੇ ਅਕੋਰਡਿੰਗ, ਤੁਹਾਡੇ ਚੋਇਸ ਦੇ ਅਕੋਰਡਿੰਗ ਔਰ ਚੰਗਾ ਗਵਰਨਮੈਂਟ ਕਾਲਜ। ਦੇਖੋ ਗਵਰਨਮੈਂਟ ਕਾਲਜ ਹਰ ਇੱਕ ਪ੍ਰੋਵਿੰਸ ਦੇ ਵਿੱਚ ਨੇ ਔਰ ਪ੍ਰਾਈਵੇਟ ਕਾਲਜ ਵੀ ਹਰ ਇੱਕ ਪ੍ਰੋਵਿੰਸ ਦੇ ਵਿੱਚ ਨੇ। ਡਿਪੈਂਡ ਇਹ ਕਰਦਾ ਕਿ ਤੁਸੀਂ ਜਿਹੜੇ ਕੰਸਲਟੈਂਟ ਦੇ ਕੋਲ ਜਾ ਰਹੇ ਹੋ ਉਹਦਾ ਮੇਨ ਕੰਮ ਕੀ ਹੈ, ਕਿਤੇ ਉਹਦਾ ਮੇਨ ਉਹਦੀ ਮਨਸ਼ਾ ਇਹ ਤਾਂ ਨਹੀਂ ਕਿ ਸਿਰਫ ਤੁਹਾਡੇ ਤੋਂ ਪੈਸਾ ਕਮਾਉਣਾ ਹੈ। ਔਰ ਇਸੇ ਕਰਕੇ ਮੇਰੀ ਤੁਹਾਨੂੰ ਰਿਕੁਐਸਟ ਹੈ ਕਿ ਜੇ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਆਲਵੇਜ਼ ਚੂਜ਼ CICC ਮੈਂਬਰ। ਤੁਸੀਂ ਸਾਡੇ ਤੋਂ ਤੁਸੀਂ ਵੀਜ਼ਾ ਲਵਾਉਣਾ ਨਹੀਂ ਲਵਾਉਣਾ ਇਸ ਡਿਫਰੈਂਟ ਥਿੰਗ, ਪਰ ਤੁਸੀਂ ਸਾਨੂੰ ਇੱਕ ਵਾਰ ਤੁਸੀਂ ਕਾਲ ਕਰਕੇ ਤੁਸੀਂ ਆਪਣੀ ਆਪਸ਼ਨਸ ਲੈ ਸਕਦੇ ਹੋ, ਕੋਈ ਸਲਾਹ ਲੈ ਸਕਦੇ ਹੋ, ਕੋਈ ਕਨਫਿਊਜ਼ਨ ਤੁਸੀਂ ਸਾਨੂੰ ਪੁੱਛ ਸਕਦੇ ਹੋ ਔਰ ਡਿਸੀਜ਼ਨ ਐਟ ਦ ਐਂਡ ਆਫ ਦ ਡੇ ਤੁਹਾਡਾ ਆਪਣਾ ਹੋਊਗਾ। ਸਾਡਾ ਕੰਮ ਹੈ ਕਿਉਂਕਿ E9 ਦਾ ਮੰਚ ਅਸੀਂ ਇਸੇ ਕਰਕੇ ਚੂਜ਼ ਕੀਤਾ ਕਿ ਇੱਥੇ ਅਸੀਂ ਖੁੱਲ੍ਹ ਕੇ ਜਿਹੜੀ ਸੱਚ ਦੀ ਆਵਾਜ਼ ਹੈ ਅਸੀਂ ਚੁੱਕ ਸਕਦੇ ਹਾਂ। ਸਾਡਾ ਮੇਨ ਮਕਸਦ ਇਹ ਹੁੰਦਾ ਕਿ ਬੱਚਿਆਂ ਨੂੰ ਸੱਚੀ ਗੱਲ ਜਿੰਨੇ ਵੱਧ ਤੋਂ ਵੱਧ ਬੱਚਿਆਂ ਨੂੰ ਅਸੀਂ ਦੱਸ ਸਕੀਏ, ਅਸੀਂ ਕੋਸ਼ਿਸ਼ ਕਰਦੇ ਹਾਂ। ਐਟ ਦ ਐਂਡ ਆਫ ਦ ਡੇ ਡਿਸੀਜ਼ਨ ਤੁਹਾਡਾ ਆਪਣਾ ਹੈ ਔਰ ਵਧੇਰੀ ਜਾਣਕਾਰੀ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਨੰਬਰ ਉੱਤੇ ਡਿਸਪਲੇ ਦੇ ਉੱਤੇ ਆ ਔਰ ਯੂ ਗਾਇਜ਼ ਆਰ ਵੈਲਕਮ ਐਨੀ ਟਾਈਮ। ਸੋ ਬਹੁਤ ਮਹੱਤਵਪੂਰਨ ਇਨਫੋਰਮੇਸ਼ਨ ਹੈ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਹੈ ਪਵਨਦੀਪ ਸੰਧੂ ਜੀ ਨੇ। ਸਕਰੀਨ ਤੇ ਨੰਬਰ ਆ ਰਿਹਾ ਹੈ, ਇਸ ਨੰਬਰ ਦੇ ਉੱਤੇ ਜ਼ਰੂਰ ਤੁਸੀਂ ਟੈਲੀਫੋਨ ਕਰੋ, ਜ਼ਿਆਦਾ ਜਾਣਕਾਰੀ ਹਾਸਲ ਕਰੋ ਔਰ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਕਾਫੀ ਫਾਇਦਾ ਹੋਏਗਾ। ਪਰ ਕਿਸੇ ਵੀ ਉਸ ਕੰਸਲਟੈਂਟ ਕੋਲੋਂ ਸਲਾਹ ਨਹੀਂ ਲੈਣੀ ਜਿਸ ਕੋਲੇ ਲਾਇਸੈਂਸ ਨਹੀਂ ਹੈ। ਸੋ ਲਾਇਸੈਂਸ ਸ਼ੁਦਾ ਕੰਪਨੀ ਕੰਸਲਟੈਂਟ ਉਹਨਾਂ ਦੇ ਨਾਲ ਹੀ ਸਲਾਹ ਮਸ਼ਵਰਾ ਕਰੋ। ਥੈਂਕ ਯੂ ਸੋ ਮਚ ਸਰ। ਸਤਿ ਸ਼੍ਰੀ ਅਕਾਲ।